एक बार फिर स्वागत जी। स्टूडियो का फोन नंबर एक बार फिर दसते हैं मैं 416-640-0200। सैम बसरा होਰਾਂ ਦਾ फोन आया कि बाड़ोवाल ਜਿਹੜਾ कि ਬੰਗਿਆਂ ਦੇ ਲਾਗੇ ਪਿੰਡ ਆ ਜੀ, ਸੋ ਉੱਥੋਂ ਦੀਆਂ ਸੰਗਤਾਂ ਵੱਲੋਂ ਗ੍ਰੇਡਨ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਕੱਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾਣਗੇ ਤੇ ਐਤਵਾਰ ਨੂੰ ਭੋਗ ਪੈਣਗੇ। ਸੋ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਤੇ ਪਿੰਡ ਬਾੜੋਵਾਲ ਦੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹਮਾ ਕੇ ਗ੍ਰੇਡਨ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ ਤਿੰਨੋਂ ਦਿਨ ਹੀ ਪਹੁੰਚਣਾ ਜੀ। ਕੱਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਪ੍ਰਾਰੰਭ ਕਰਵਾਏ ਜਾਣੇ ਨੇ ਤੇ ਐਤਵਾਰ ਨੂੰ ਭੋਗ ਪੈਣੇ ਨੇ। ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤੀ ਹੈ ਜੀ ਦਿੱਲੀ ਦੇ ਵਿੱਚ, ਔਰ ਉਹਨਾਂ ਦੇ ਜਿੱਤਣ ਤੋਂ ਬਾਅਦ ਉਨੀ ਖੁਸ਼ੀ ਸ਼ਾਇਦ ਦਿੱਲੀ ਵਾਲਿਆਂ ਨੂੰ ਨਾ ਹੋਈ ਹੋਵੇ ਜਿੰਨੀ ਬਾਹਰਲਿਆਂ ਨੂੰ ਹੋਈ ਹੈ। ਔਰ ਇਸੇ ਸੰਦਰਭ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ, ਜਿਹੜੇ ਆਮ ਆਦਮੀ ਪਾਰਟੀ ਦੇ ਸਿੰਪਥਾਈਜ਼ਰ ਨੇ, ਉਹਨਾਂ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ। ਇਹ ਐਤਵਾਰ ਨੂੰ ਆ ਜੀ 11:30 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਇਹ ਪ੍ਰੋਗਰਾਮ ਡ੍ਰੀਮਜ਼ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣਾ। ਲਾਂਚ ਆਫ ਮਫਲਰ ਮੈਨ। ਸੋ ਇੱਕ ਸਾਫ਼ ਸੁਥਰੀ ਸਰਕਾਰ ਦੀ ਸਪੋਰਟ ਦੇ ਵਿੱਚ ਇਹ 22 ਫਰਵਰੀ ਨੂੰ 11:30 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਇਹ ਪ੍ਰੋਗਰਾਮ ਆ ਜੀ। ਡ੍ਰੀਮਜ਼ ਕਨਵੈਨਸ਼ਨ ਸੈਂਟਰ ਜਿਹੜਾ ਕਿ 75 ਹੈਜਡੇਲ ਰੋਡ ਬਰੈਂਪਟਨ ਟੌਮਕਨ ਅਤੇ ਸਟੀਲ ਦੇ ਇਲਾਕੇ ਦੇ ਵਿੱਚ ਇਹ ਪੈਂਦਾ ਜੀ। ਔਰ ਇੱਥੇ ਤੁਸੀਂ ਜਾਣਾ ਜੀ। ਜਾਣਕਾਰੀ ਲਈ फ़ोन ਨੰਬਰ ਆ ਜੀ 416-995-4546 995 4546 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਪਿਛਲੇ ਹਫਤੇ ਜਿਹੜਾ ਸੀਗਾ ਉਹ ਬਹੁਤ ਸਾਰੇ ਟਰੱਕ ਡਰਾਈਵਰ ਵੀਰਾਂ ਵੱਲੋਂ, ਬਹੁਤ ਸਾਰੀਆਂ ਸੰਸਥਾਵਾਂ ਵੱਲੋਂ, ਬਹੁਤ ਸਾਰੇ ਗੁਰਦੁਆਰਿਆਂ ਵੱਲੋਂ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਅਖੰਡ ਪਾਠ ਸਾਹਿਬ ਜਿਹੜੇ ਕਰਵਾਏ ਗਏ। ਜਗਦੀਪ ਸਿੰਘ ਹੋਰੀ ਨੇ ਜੀ ਹਰੀਨਗਰ ਤੋਂ MLA। ਸੋ ਪਿਛਲੇ ਹਫਤੇ ਉਹਨਾਂ ਦੇ ਨਾਲ ਰੇਡੀਓ ਦੇ ਉੱਪਰ ਲੰਬੀ ਚੌੜੀ ਗੱਲਬਾਤ ਕੀਤੀ ਸੀ। ਸੋ ਉਹ ਵੀ ਇਸ ਗੱਲੋਂ ਹੈਰਾਨ ਸੀ ਕਿ ਜਿਸ ਢੰਗ ਦੇ ਨਾਲ, ਜਿਸ ਸ਼ਿੱਦਤ ਦੇ ਨਾਲ, ਜਿਸ ਮੁਹੱਬਤ ਪਿਆਰ ਦੇ ਨਾਲ, ਖਲੂਸ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਔਰ ਅੱਜ ਜਿਹੜਾ ਇੱਕ ਵੱਡੀ ਅਨਾਉਂਸਮੈਂਟ ਕੇਜਰੀਵਾਲ ਸਾਹਿਬ ਨੇ ਕੀਤੀ ਹੈ ਕਿ ਜਿਹੜੀਆਂ ਬਿਜਲੀ ਕੰਪਨੀਆਂ ਨੇ, ਜਿਹੜੀਆਂ ਮਹਿੰਗੇ ਭਾਅ ਉੱਥੇ ਲੋਕਾਂ ਦੀ ਛਿੱਲ ਲਾ ਰਹੀਆਂ ਨੇ, ਉਹਨਾਂ ਦੀ ਆਡਿਟ ਦੇ ਆਰਡਰ ਜਿਹੜੇ ਨੇ ਕਰ ਦਿੱਤੇ ਗਏ ਨੇ। ਸੋ ਬੜਾ ਇੱਕ ਡੇਅਰਿੰਗ ਸਟੈਪ ਆ, ਬੜਾ ਬਹਾਦਰੀ ਵਾਲਾ ਕਾਰਨਾਮਾ ਕੇਜਰੀਵਾਲ ਹੋਰਾਂ ਨੇ ਕੀਤਾ ਜੀ। ਔਰ ਉਮੀਦ ਹੈ ਕਿ ਇਹਦੇ ਸਿੱਟੇ ਜਿਹੜੇ ਨੇ ਉਹ ਬੜੇ ਵਧੀਆ ਨਿਕਲਣਗੇ। ਸੋ ਤੁਸੀਂ 11:30 ਵਜੇ ਇਸ ਐਤਵਾਰ ਨੂੰ ਡ੍ਰੀਮਜ਼ ਕਨਵੈਨਸ਼ਨ ਸੈਂਟਰ 'ਚ ਪਹੁੰਚਣਾ। ਪਰਮਿੰਦਰ ਜੀ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਅੱਜ ਪੈਰਾਂ ਦੀਆਂ ਬਿਮਾਰੀਆਂ ਬਾਰੇ। ਅੱਗੇ ਜਾ ਕੇ ਜੇ ਪੈਰਾਂ ਦੇ ਵਿੱਚ ਦਰਦ ਹੁੰਦਾ, ਕਿਉਂ ਹੁੰਦਾ, ਇਲਾਜ ਕੀ ਆ, ਉਹਦੀ ਗੱਲ ਅਸੀਂ ਸ਼ੁਰੂ ਕਰਨੀ ਹੈ। ਉਸ ਤੋਂ ਪਹਿਲਾਂ ਇੱਕ ਵਾਰ ਫਿਰ ਦੱਸਦੇ ਹਾਂ ਕਿ ਜੇ ਤੁਸੀਂ ਤੁਹਾਨੂੰ ਜੌਬ ਚਾਹੀਦੀ ਹੈ, ਫਲਾਈਂਗ ਫੈਸ਼ਨ ਵਾਲਿਆਂ ਨੂੰ 2 ਲੜਕੀਆਂ ਦੀ ਜ਼ਰੂਰਤ ਹੈ। ਤੁਸੀਂ ਮਾਲਟਨ ਦੇ ਵਿੱਚ ਉਹਦੇ ਆਲੇ ਦੁਆਲੇ ਰਹਿੰਦੇ ਹੋ ਤੇ ਤੁਹਾਨੂੰ ਜੌਬ ਮਿਲ ਸਕਦੀ ਹੈ। ਗ੍ਰੀਨ ਪਲਾਜ਼ਾ ਦੇ ਵਿੱਚ ਪਹੁੰਚ ਜਾਓ। ਜਾਣਕਾਰੀ ਲਈ फ़ोन ਨੰਬਰ 905-694-9797 694-9797 ਤੇ ਹੁਣ ਵੀ फ़ोन ਕਰ ਸਕਦੇ ਹੋ। ਹਾਲੇ ਸਟੋਰ ਖੁੱਲ੍ਹਾ। ਪੋਪੂਲਰ ਪੀਜ਼ਾ ਵਾਲ ਨੂੰ ਇੱਕ ਲੜਕੀ ਦੀ ਜ਼ਰੂਰਤ ਹੈ ਜੀ। ਤੁਸੀਂ ਜੇ ਬੋਵੇਡ ਅਤੇ ਚਿੰਕੂਜ਼ੀ ਦੇ ਇਲਾਕੇ ਦੇ ਵਿੱਚ ਰਹਿੰਦੇ ਹੋ, ਉੱਥੇ ਉਹਨਾਂ ਦਾ ਹੈੱਡ ਆਫਿਸ ਆ। ਉੱਥੇ ਤੁਸੀਂ ਸੰਪਰਕ ਕਰਨਾ ਜੀ 905-874-4242। ਔਰ ਸਾਨੂੰ ਟੈਲੀਵਿਜ਼ਨ ਦੀ ਮਾਰਕੀਟਿੰਗ ਵਾਸਤੇ ਵੀ ਇੱਕ ਲੜਕੀ ਦੀ ਜ਼ਰੂਰਤ ਹੈ। ਤੁਹਾਨੂੰ ਅੰਗਰੇਜ਼ੀ ਭਾਸ਼ਾ 'ਤੇ ਪੂਰਾ ਕਮਾਂਡ ਹੈ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 905-915-8484 ਤੇ ਮੇਰੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਅਗਲੀ ਕਾਲ ਤੇ ਪਰਮਿੰਦਰ ਚਲੇ ਗਏ ਜੀ। ਹਾਂਜੀ ਜ਼ਰੂਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਨਹੀਂ ਜੀ, ਕੱਟਿਆ ਗਿਆ। ਤੁਸੀਂ फ़ोन ਕਰ ਸਕਦੇ ਹੋ 416-640-0200 ਤੇ। ਔਰ ਜਦੋਂ ਤੁਸੀਂ फ़ोन ਕਰਨਾ ਟੈਲੀਵਿਜ਼ਨ ਦੀ ਆਵਾਜ਼ ਨਾ ਸੁਣਿਓ, ਕਿਉਂਕਿ ਟੈਲੀਵਿਜ਼ਨ ਤੱਕ ਆਵਾਜ਼ ਪਹੁੰਚਦਾ ਟਾਈਮ ਲੱਗਦੇ ਆ। ਤੁਸੀਂ ਜਿੱਦਾਂ फ़ोन ਤੇ ਨਾਰਮਲ ਗੱਲ ਕਰਦੇ ਹੋ ਇਸੇ ਢੰਗ ਨਾਲ ਸਾਡੇ ਨਾਲ ਗੱਲਬਾਤ ਕਰਨੀ ਹੈ। ਸੋ ਪੈਰਾਂ ਦੀ ਆਪਾਂ ਗੱਲ ਕਰਦੇ ਹਾਂ। ਸੋ ਪੈਰਾਂ ਦੇ ਵਿੱਚ ਕਈ ਵਾਰੀ ਦਰਦ ਬਹੁਤ ਹੁੰਦਾ, ਜਾਂ ਫਿਰ ਕਹਿ ਲਓ ਕਿ ਇੱਕ ਸੋਣਾ ਦਾ ਆਪਾਂ ਗੱਲਬਾਤ ਕਰ ਚੁੱਕੇ ਹਾਂ। ਹੋਰ ਕਿਹੜੀ ਬਿਮਾਰੀ ਪੈਰ ਨੂੰ ਲੱਗ ਸਕਦੀ ਹੈ? ਪੈਰਾਂ ਦੇ ਅੰਦਰ ਫੰਗਲ ਇਨਫੈਕਸ਼ਨਸ ਹੋ ਸਕਦੀਆਂ, ਜ਼ਖਮ ਹੋ ਸਕਦੇ ਨੇ। ਔਰ ਡਾਇਬੀਟਿਕ ਪੇਸ਼ੈਂਟ ਦੇ ਅੰਦਰ ਇਹ ਵੀ ਚੀਜ਼ ਬਹੁਤ ਜ਼ਿਆਦਾ ਕਾਮਨ ਹੁੰਦੀ ਹੈ। ਪਰ ਆਪਾਂ ਜੇ ਪੈਰਾਂ ਦੀ ਦਰਦ ਬਾਰੇ ਗੱਲ ਕਰੀਏ ਤਾਂ ਜਿੱਦਾਂ ਅਸੀਂ ਗੱਲ ਕੀਤੀ ਕਿ ਸਾੜ ਅਲੱਗ-ਅਲੱਗ ਲੋਕੇਸ਼ਨ 'ਚ ਹੁੰਦਾ ਹੈ, ਦਰਦ ਵੀ ਅਲੱਗ-ਅਲੱਗ ਲੋਕੇਸ਼ਨਸ ਦੇ ਵਿੱਚ ਹੋ ਸਕਦਾ ਹੈ। ਮਰੀਜ਼ ਕਹਿੰਦਾ ਮੇਰੀ ਸਿਰਫ ਅੱਡੀ ਦੁਖਦੀ ਹੈ, ਮੇਰਾ ਸਿਰਫ ਗਿੱਟਾ ਦੁਖਦਾ ਹੈ, ਮੇਰਾ ਸਿਰਫ ਪਿਛਲੇ ਪਾਸੇ ਪੈਰ ਦੁਖਦਾ ਹੈ, ਥੱਲੇ ਤਲੀ ਦੁਖਦੀ ਹੈ, ਸਿਰਫ ਪੱਬ ਦੁਖਦੇ ਨੇ, ਸਿਰਫ ਉਂਗਲਾਂ ਦੁਖਦੀਆਂ ਨੇ। ਸੋ ਇਹ ਜਿੰਨੀਆਂ ਵੀ ਚੀਜ਼ਾਂ ਜਾਂ ਅਲੱਗ-ਅਲੱਗ ਲੋਕੇਸ਼ਨਸ ਨੇ,
ਅਲੱਗ-ਅਲੱਗ ਬਿਮਾਰੀ ਤੇ ਅਲੱਗ-ਅਲੱਗ ਕਾਰਨ ਵਾਲੇ ਇਸ਼ਾਰਾ ਕਰਦੀਆਂ ਨੇ। ਸੋ ਅਸੀਂ ਜਦੋਂ ਮਰੀਜ਼ ਨੂੰ ਅਸੈਸ ਕਰਦੇ ਹਾਂ, ਮਰੀਜ਼ ਦਾ ਸਿਰਫ ਇੰਨਾ ਕਹਿ ਦੇਣਾ ਜੀ ਮੇਰਾ ਪੈਰ ਦੁਖਦਾ ਜੀ, ਇਹੋ ਜੀ ਕੋਈ ਦਵਾਈ ਨਹੀਂ ਹੈ ਕਿ ਮੇਰਾ ਪੈਰ ਦੁਖਦਾ। ਠੀਕ ਹੈ ਜੀ, ਅਸੀਂ ਕੰਪਲੀਟ ਅਸੈਸਮੈਂਟ ਕਰਦੇ ਹਾਂ ਤੁਹਾਡੀ ਪੈਰ ਦੇ ਕਿਸ ਹਿੱਸੇ ਦੇ ਵਿੱਚ ਕਦੋਂ ਤੋਂ ਦਰਦ ਹੈ, ਉਹ ਕਿਸ ਤਰ੍ਹਾਂ ਵੱਧਦੀ ਹੈ, ਕਿਸ ਤਰ੍ਹਾਂ ਘਟਦੀ ਹੈ, ਫਿਰ ਉਹਦਾ ਕੀ ਕਾਰਨ ਹੈ ਉਹਨੂੰ ਲੱਭਦੇ ਹਾਂ। ਜਿਵੇਂ ਕਿ ਅਸੀਂ ਜੇ ਕਾਰਨਾਂ ਬਾਰੇ ਗੱਲ ਕਰੀਏ ਤਾਂ ਬੋਨੀ ਸਪਰਸ ਜਾਂ ਓਸਟੀਓਫਾਈਟਸ ਕਿਹਾ ਜਾਂਦਾ ਹੈ, ਹੱਡੀਆਂ ਦਾ ਵੱਧ ਜਾਣਾ ਬਹੁਤ ਕਾਮਨ ਪ੍ਰੋਬਲਮ ਹੈ ਔਰ ਪੈਰਾਂ ਦੇ ਅੰਦਰ ਇਹ ਬਹੁਤ ਜਲਦੀ ਜਿਹੜੀ ਹੈ ਉਹ ਅਫੈਕਟ ਕਰਦੀ ਹੈ। ਆਸਟੀਓਆਰਥਰਾਈਟਿਸ ਵੱਧਦੀ ਉਮਰ ਦੇ ਨਾਲ ਵੀਅਰ ਐਂਡ ਟੀਅਰ ਦੇ ਨਾਲ ਸਾਡੀ ਬਾਡੀ ਜਿਹੜੀ ਹੈ ਉਹਦੇ ਅੰਦਰ ਦੋ ਹੱਡੀਆਂ ਦੇ ਵਿਚਕਾਰ ਕਾਰਟਿਲੇਜ ਹੁੰਦਾ ਹੈ ਜਿਹੜਾ ਕਿ ਫ੍ਰਿਕਸ਼ਨ ਵਾਸਤੇ ਹੁੰਦਾ ਹੈ, ਪਰ ਉਹ ਜਦੋਂ ਹੀ ਕਾਰਟਿਲੇਜ ਡੈਮੇਜ ਹੋਣਾ ਸ਼ੁਰੂ ਹੁੰਦਾ ਤਾਂ ਸਰੀਰ ਆਪਣੇ ਵੱਲੋਂ ਉੱਥੇ ਕੈਲਸ਼ੀਅਮ ਡਿਪੋਜ਼ਿਟ ਕਰਦਾ ਹੈ ਟੂ ਰਿਪੇਅਰ ਇਟ। ਪਰ ਉਹੀ ਜਿਹੜਾ ਕੈਲਸ਼ੀਅਮ ਹੈ ਫਿਰ ਹੱਡੀ ਵੱਧ ਕੇ ਉੱਥੇ ਅੜਕਣ ਲੱਗ ਜਾਂਦਾ ਹੈ ਔਰ ਤਕਲੀਫ ਪੈਦਾ ਕਰਦਾ ਹੈ। ਸੋ ਉਹ ਪੈਰ ਦੇ ਕਿਸੇ ਹਿੱਸੇ 'ਚ ਵੀ ਹੋ ਸਕਦਾ ਹੈ, ਤੁਹਾਡੀਆਂ ਉਂਗਲਾਂ ਦੇ ਛੋਟੇ ਜੁਆਇੰਟਸ ਦੇ ਅੰਦਰ ਵੀ ਹੋ ਸਕਦਾ ਹੈ, ਤੁਹਾਡੇ ਪੱਬ ਦੇ ਥੱਲੇ ਹੋ ਸਕਦਾ ਹੈ, ਜਾਂ ਫਿਰ ਤੁਹਾਡੀਆਂ ਜਿਹੜੀਆਂ ਬਿਲਕੁਲ ਤਲੀ ਦੇ ਥੱਲੇ ਜਿਹੜੀਆਂ ਬੋਨਸ ਨੇ ਉਹਨਾਂ 'ਚ ਹੋ ਸਕਦਾ ਹੈ। ਔਰ ਸਭ ਤੋਂ ਹੀ ਜ਼ਿਆਦਾ ਕਾਮਨ ਤੇ ਤਕਲੀਫ ਦੇ ਸਿਚੁਏਸ਼ਨ ਹੁੰਦੀ ਜਦੋਂ ਉਹ ਤੁਹਾਡੀ ਅੱਡੀ ਦੇ ਥੱਲੇ ਹੋ ਜਾਂਦਾ ਹੈ, ਜਿਹਨੂੰ ਕਿ ਆਪਾਂ ਹੀਲਸ ਪਰ ਕਹਿੰਦੇ ਆ, ਬਹੁਤ ਜ਼ਿਆਦਾ ਕਾਮਨ ਪ੍ਰੋਬਲਮ ਹੈਗੀ ਹੈ। ਉਹਦੇ ਅੰਦਰ ਕੀ ਹੈ ਕਿ ਜੇ ਤੁਹਾਡੇ ਪੈਰ ਦੀ ਆਰਚ ਸਹੀ ਨਹੀਂ ਹੈਗੀ ਤੇ ਬੈਲੈਂਸ ਸਹੀ ਨਹੀਂ ਹੈਗਾ ਜਾਂ ਤੁਸੀਂ ਗਲਤ ਜੁੱਤੀ ਪਾਉਂਦੇ ਸੀਗੇ ਤਾਂ ਸਰੀਰ ਨੇ ਉੱਥੇ ਇੱਕ ਹੱਡੀ ਵਧਾਣੀ ਸ਼ੁਰੂ ਕੀਤੀ ਹੈ ਔਰ ਉਹ ਤੁਹਾਡੇ ਆਪਣੇ ਸਰੀਰ ਦੇ ਭਾਰ ਨਾਲ ਹੀ ਤੁਹਾਡੇ ਆਪਣੇ ਹੀ ਪੈਰ ਦੇ ਮਾਸ ਦੇ ਅੰਦਰ ਫੈਟ ਦੇ ਅੰਦਰ ਚੁਭਦੀ ਹੈ। ਤੁਸੀਂ ਨਾ ਤੁਰ ਸਕਦੇ ਹੋ ਨਾ ਬਹਿ ਸਕਦੇ ਹੋ। ਇੱਕ ਜਿਵੇਂ ਭੌਰੀ ਕਿੰਨੇ ਹੁੰਦੇ ਹਾਂਜੀ ਉਸ ਟਾਈਪ ਦੀ ਜਿਹੜੀ ਹੋ ਜਾਂਦੀ ਹੈ ਕਿਸੇ ਅੱਡੀ ਤੇ ਹੋ ਗਈ ਜਾਂ ਕਿਸੇ ਸਾਈਡ ਤੇ ਹੋ ਗਈ, ਉਹਦਾ ਵੀ ਇਹੀ ਕਾਰਨ ਹੁੰਦਾ ਕਿ ਜਿਹੜੀਆਂ ਨਰਵਸ ਜਿਹੜੀ ਆ ਉਹ ਕੌਰਨ ਜਿਹੜੀਆਂ ਨੇ ਉਹ ਇਨਫੈਕਸ਼ਨਸ ਨੇ ਜੀ। ਕੌਰਨ ਜਿਹੜੇ ਆਪਾਂ ਬੇਅਰ ਫੀਟ ਜਦੋਂ ਨੰਗੇ ਪੈਰ ਤੁਰੇ ਫਿਰਦੇ ਆ ਤਾਂ ਇਨਫੈਕਸ਼ਨ ਅਸੀਂ ਕੈਚ ਕਰਦੇ ਹਾਂ, ਉਹਦੇ ਨਾਲ ਉਸ ਜਗ੍ਹਾ ਤੇ ਇਨਫੈਕਸ਼ਨ ਹੁੰਦੀ ਹੈ ਔਰ ਹੀਲਿੰਗ ਪ੍ਰੋਸੈਸ ਸਲੋ ਹੋਣ ਕਰਕੇ ਉਹ ਜਿਹੜਾ ਉਹਦਾ ਕ੍ਰੇਟਰ ਹੈਗਾ ਜਾਂ ਉਹਦਾ ਡੂੰਘ ਹੈਗਾ ਉਹ ਵੱਧਦਾ ਹੀ ਜਾਂਦਾ, ਇੰਟਰਨਲ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਗੋਡੇ ਕਾ ਦੁਖਣ ਲੱਗ ਜਾਂਦਾ ਜੀ? ਤੁਸੀਂ ਥੋੜਾ ਜਿਹਾ ਉੱਚੀ ਬੋਲਿਓ ਜੀ। ਮੈਂ ਗੋਡਿਆਂ ਦਾ ਪੁੱਛਣਾ, ਗੋਡੇ ਕਾ ਤੋਂ ਦੁਖਦੇ ਜੇ ਬੰਦਾ ਚੜਦਾ ਪੌੜੀਆਂ ਚੜਦਾ ਜਾਂ ਉਤਰਦਾ? ਹਾਂਜੀ ਜੀ। ਉਮਰ ਕਿੰਨੀ ਹੈ ਜੀ? 45 ਸਾਲ ਜੀ। ਠੀਕ ਹੈ ਜੀ। ਹਾਂਜੀ, ਕਿੰਨੀ ਦੇਰ ਤੋਂ ਤੁਹਾਨੂੰ ਇਹ ਪ੍ਰੋਬਲਮ ਹੈ? ਇਹ ਔਨ ਆਫ ਹੀ ਰਹਿੰਦੀ ਹੈ ਜੀ। ਹਾਂਜੀ, ਔਨ ਆਫ ਰਹਿੰਦੀ ਹੈ ਜ਼ਿਆਦਾਤਰ। ਜੇ ਤੁਸੀਂ ਕਿਹਾ ਪੌੜੀਆਂ ਉਤਰਨ ਤੇ ਚੜ੍ਹ, ਮੈਂ ਕੱਟਦਾ ਫੋਨ ਮੈਨੂੰ ਦੱਸਿਓ। ਹਾਂਜੀ ਜੀ ਹਾਂਜੀ, ਜਦੋਂ ਤੁਸੀਂ ਪੌੜੀਆਂ ਉਤਰਦੇ ਹੋ ਜਾਂ ਚੜ੍ਹਦੇ ਹੋ ਉਹਦੇ ਅੰਦਰ ਇਹ ਤਕਲੀਫ ਜ਼ਿਆਦਾ ਹੁੰਦੀ ਹੈ। ਭਾਵ ਜਦੋਂ ਅਸੀਂ ਗੋਡੇ ਨੂੰ ਬੈਂਡ ਕਰਦੇ ਹਾਂ, ਜਦੋਂ ਸਿੱਧਾ ਰੱਖ ਕੇ ਚੱਲਦੇ ਉਦੋਂ ਪ੍ਰੋਬਲਮ ਨਹੀਂ ਹੈ, ਪਰ ਜਦੋਂ ਗੋਡਾ ਬੈਂਡ ਹੁੰਦਾ ਉਦੋਂ ਪ੍ਰੋਬਲਮ ਹੈ। ਇਹਦਾ ਮਤਲਬ ਹੈ ਕਿ ਗੋਡੇ ਦੇ ਅੰਦਰ ਉਹੀ ਜਿਹੜੀ ਚੀਜ਼ ਹੁਣੇ ਆਪਾਂ ਗੱਲ ਕਰ ਰਹੇ ਸੀਗੇ, ਓਸਟੀਓਫਾਈਟ, ਭਾਵ ਹੱਡੀ ਦਾ ਵਧਣਾ। ਸੋ ਜਿਹਦੇ ਨਾਲ ਕਿ ਜਦੋਂ ਇੱਕ ਪਾਰਟਿਕੂਲਰ ਐਂਗਲ ਤੇ ਗੋਡਾ ਮੁੜਦਾ ਹੈ ਤਾਂ ਹੱਡੀਆਂ ਆਪਸ ਚ ਅੜਕਦੀਆਂ ਨੇ ਔਰ ਉਹਦੇ ਨਾਲ ਪ੍ਰੋਬਲਮ ਸ਼ੁਰੂ ਹੁੰਦੀ ਹੈ, ਜਿਹਨੂੰ ਕਿ osteoarthritis ਕਿਹਾ ਜਾਂਦਾ, wear and tear of the joint causing inflammation and arthritis in the joint। ਸੋ ਕਈ ਵਾਰੀ ਤਾਂ ਆਪਾਂ ਹੁਣ ਚਲੋ ਪੈਰਾਂ ਤੇ ਫੇਰ ਹਲੇ ਕਾਫੀ ਗੱਲ ਕਰਨੀ ਰਹਿੰਦੀ ਆ, ਗੋਡਿਆਂ ਦੇ ਉੱਪਰ ਕਿਤੇ ਪੇਨ ਨਹੀਂ ਹੁੰਦੀ, ਪਰ ਜਦੋਂ ਤੁਸੀਂ ਪੌੜੀਆਂ ਚੜ੍ਹਦੇ ਹੋ ਤੇ ਪਟਾਕੇ ਪੈਂਦੇ ਨੇ। ਹਾਂਜੀ, ਉਹ ਵੀ ਇਹੀ ਚੀਜ਼ ਹੈ। that is also basically the osteophytes ਜਿਹੜੇ ਤੁਹਾਨੂੰ ਕਿ ਕਈਆਂ ਦੇ ਅੰਦਰ immediate inflammation ਹੁੰਦੀ ਹੈ, ਕਈਆਂ ਦੇ ਅੰਦਰ, ਬੱਚਿਆਂ ਦੇ ਅੰਦਰ ਵੀ ਤੁਸੀਂ ਸੁਣਦੇ ਹੋ, lot of kids also have that, so if they have little bony spurs ਤੇ ਤੁਹਾਨੂੰ ਉਸ ਤਰ੍ਹਾਂ ਦੀਆਂ cracking ਜਾਂ ਤੁਹਾਨੂੰ ਕੜਕੜ ਦੀਆਂ ਆਵਾਜ਼ਾਂ ਸੁਣਦੀਆਂ ਨੇ ਜਦੋਂ ਆਪਾਂ ਗੋਡਿਆਂ ਨੂੰ ਬੈਂਡ ਕਰਦੇ ਹਾਂ। ਸੋ ਕਈਆਂ ਦੇ ਮੈਂ ਦੇਖਿਆ ਵੀ ਉਹ ਰੋਟੀ ਖਾਂਦੇ ਦੇ ਵੀ ਜਵਾੜੇ ਦੇ ਪਟਾਕੇ ਪੈਂਦੇ ਨੇ, ਉਹਦਾ ਕੀ ਕਾਰਨ ਹੈ? ਜੀ ਬਿਕਾਜ਼ that is a temporomandibular joint ਜਿਹੜਾ ਉਹਦੇ ਅੰਦਰ ਹੈ osteophyte ਪੈਦਾ ਹੁੰਦੇ ਨੇ ਔਰ ਕਈ ਵਾਰੀ ਮਰੀਜ਼ ਕਹਿੰਦਾ ਮੈਂ ਜੁਆਇੰਟ ਮੂੰਹ ਖੋਲ ਹੀ ਨਹੀਂ ਸਕਦਾ, ਜਦੋਂ ਮੂੰਹ ਖੋਲਦਾ ਹੈ ਜੁਆਇੰਟ ਦੇ ਅੰਦਰ ਪ੍ਰੋਬਲਮ ਹੈਗੀ ਹੈ, ਸੋ ਉਹਨੂੰ ਕੜਕੜ ਦੀ ਆਵਾਜ਼ ਸੁਣਾਈ ਦਿੰਦੀ ਹੈ ਜਾਂ ਫਿਰ ਇਹ ਜੁਆਇੰਟ ਜਿਹੜਾ ਉਹ ਦਰਦ ਕਰਨ ਲੱਗ ਜਾਂਦਾ ਹੈ। ਪੈਰਾਂ ਦੇ ਫੇਰ ਆਪਾਂ ਚੱਲੀਏ ਜੀ। ਮੈਂ ਕਈ ਵਾਰੀ ਇਦਾਂ ਹੁੰਦਾ ਕਿ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਹੈ, ਜਿਹੜੀ ਉਹ ਆਪਣੇ ਕਈ ਵਾਰੀ ਡਰਾਈਵੇ ਦੇ ਵਿੱਚ ਜਾਂ ਸਾਈਡ ਤੇ ਘਰ ਦੇ ਜਿਹੜੀ ਇੱਕ ਬੂਟੀ ਜੀ ਹੋ ਜਾਂਦੀ ਜਿਹਨੂੰ ਤਿੱਖੇ ਤਿੱਖੇ ਕੰਡੇ ਹੁੰਦੇ ਨੇ। ਹਾਂਜੀ, ਮੇਰੇ ਉਹ ਪੈਰ ਦੇ ਵਿੱਚ ਇੱਕ ਵਾਰੀ ਉਹ ਕੰਡੇ ਲੱਗੇ ਤੇ ਬਾਅਦ ਦੇ ਵਿੱਚ ਉੱਥੇ ਬਰੀਕ ਬਰੀਕ ਛਾਲੇ ਬਣ ਗਏ। ਉਹਨਾਂ ਛਾਲਿਆਂ ਤੋਂ ਜਦੋਂ ਉਹਨਾਂ ਨੂੰ ਛਾਲਿਆਂ ਨੂੰ ਆਪਾਂ ਪਿੰਨ ਦੇ ਨਾਲ ਫੇਹ ਦਿੰਦੇ ਆ, ਉਹ ਜਿੱਥੇ ਫਿਰ ਉਹਦਾ ਪਾਣੀ ਲੱਗਦਾ ਸੀ ਉੱਥੇ ਛਾਲੇ ਬਣਦੇ। ਹਾਂਜੀ ਹਾਂਜੀ, ਉਹ ਕੀ ਕਾਰਨ ਹੋਏਗਾ? ਉਹ ਹੁਣ 4 ਸਾਲ ਹੋ ਗਏ ਨੇ, ਸਾਲ 1.5 ਸਾਲ ਹਟ ਜਾਂਦੇ ਨੇ, ਮੁੜ ਕੇ ਫੇਰ ਕਿਤੇ ਉੱਥੇ ਇੱਕ ਨਿੱਕਾ ਦਾ ਛਾਲਾ ਹੋ ਜਾਂਦਾ। ਉਹ ਕੀ ਕਾਰਨ ਹੋਏਗਾ? ਦੈਟ ਇਜ਼ ਅ ਵਾਇਰਲ ਇਨਫੈਕਸ਼ਨ ਜਿਹੜੀ ਕਿ ਸਕਿਨ ਦੇ ਅੰਡਰ ਡਿਵੈਲਪ ਹੋ ਰਹੀ ਹੈ। ਸੋ ਜਦੋਂ ਹੀ ਤੁਸੀਂ ਉਹ ਪਾਣੀ ਉਹਦੇ ਚੋਂ ਕੱਢਦੇ ਹੋ ਤਾਂ ਉਹ ਵਾਇਰਸ ਜਿਹੜਾ ਦੂਜੇ ਪਾਸੇ ਲੱਗਦਾ ਉੱਥੇ ਫਿਰ ਇਨਫੈਕਸ਼ਨ ਪੈਦਾ ਕਰਦਾ। ਸੋ ਦੈਟ ਇਜ਼ ਸਟਿਲ ਦੈਟ ਇਜ਼ ਵੈਰੀ ਪੋਇਜ਼ਨਸ ਆਈਵੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਪਲਾਂਟ ਦੀ। ਸੋ ਉਹ ਜਿਹੜਾ ਉਹ ਚਮੜੀ ਦੇ ਅੰਦਰ ਗਰੋ ਕਰਦਾ ਹੈ ਤੇ ਜਦੋਂ ਹੀ ਉਹਦਾ ਪਾਣੀ ਇੱਧਰ ਉੱਧਰ ਜਿੱਥੇ ਜਿੱਥੇ ਲੱਗਦਾ ਰਹੇਗਾ ਉੱਥੇ ਪਿਲਕਰੇ ਪਾਣੀ ਵਰਗੇ ਜਿਹੜੇ ਉਹ ਨਿਕਲਣੇ ਸ਼ੁਰੂ ਹੋ। ਉਹਦਾ ਕੀ ਇਲਾਜ ਕੀ ਹੋ ਸਕਦਾ? ਡੈਫੀਨਿਟਲੀ ਤੁਸੀਂ ਉਹਦੇ ਵਾਸਤੇ ਹੋਮਿਓਪੈਥੀ ਲੈ ਸਕਦੇ ਹੋ ਜਿਹਦੇ ਨਾਲ ਕਿ ਵਾਇਰਲ ਇਨਫੈਕਸ਼ਨ ਜਾਵੇ ਔਰ ਬਾਰ-ਬਾਰ ਇਸ ਤਰ੍ਹਾਂ ਇਨਫੈਕਸ਼ਨ ਨਾ ਹੋਵੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਹਾਂਜੀ। ਹਾਂ, ਮੇਰੀਆਂ ਜਿਹੜੀਆਂ ਲੈਗਸ ਨੇ ਨਾ ਜੀ, ਇਹ ਗਿੱਟੇ ਤੋਂ ਲੈ ਕੇ ਗੋਡੇ ਤੱਕ ਦੋਏ ਬੜੀਆਂ ਦਰਦ ਕਰਦੀਆਂ ਨੇ, ਨਾਲੇ ਜਿਹੜੀ ਬੈਕ ਹੈ ਨਾ ਇਹ ਵੀ ਦਰਦ ਕਰਦੀ ਹੈ ਬੜੀ। ਚੀਰਾਂ ਪੈਂਦੀਆਂ ਨੇ ਜੀ? ਹਾਂਜੀ, ਚੀਰਾਂ ਪੈਂਦੀਆਂ ਨੇ। ਹਾਂ,
ਚੀਸਾਂ ਪੈਂਦੀਆਂ ਨੇ। ਚੀਸਾਂ। ਜੇ ਮੈਂ ਸੌਂਦਾ ਤਾਂ ਦਰਦ ਠੀਕ ਰਹਿੰਦੀ, ਜੇ ਮੈਂ ਬੈਠ ਜਾ ਤਾਂ ਵੀ ਦਰਦ ਹੁੰਦੀ ਹੈ, ਜੇ ਤੁਰਾਂ ਤਾਂ ਵੀ ਦਰਦ ਹੁੰਦੀ ਹੈ। ਹਾਂਜੀ, ਤੁਹਾਡੀ ਏਜ ਕਿੰਨੀ ਹੈ ਜੀ? ਮੇਰੀ ਉਮਰ ਹੈ 80 ਸਾਲ ਦੀ। ਹਾਂਜੀ, ਸੋ ਉਹ ਵੀ ਜਿਹੜੀ ਤੁਸੀਂ ਪਿੰਨੀਆਂ ਦੇ ਵਿੱਚ ਚੀਰ ਪੈਂਦੇ ਨੇ ਤਕਲੀਫ ਹੈਗੀ ਹੈ, ਤਾਂ ਦੇਰ ਆਰ ਸੋ ਮੈਨੀ ਰੀਜ਼ਨਸ, ਇਵਨ ਫੈਰਟਿਨ ਲੈਵਲ ਲੋ, B12 ਲੈਵਲ ਲੋ, ਡੈਫੀਸ਼ੀਐਂਸੀਜ਼ ਆਫ ਆਇਰਨ, ਦੈਨ ਦੇਰ ਕੁਡ ਬੀ ਅ ਕੰਪਰੈਸ਼ਨ। ਬੈਕ 'ਚ ਵੀ ਤੁਸੀਂ ਦੱਸਿਆ ਕਿ ਆਉਂਦਾ, ਸੋ ਕੰਪਰੈਸ਼ਨ ਕਰਕੇ ਵੀ ਹੋ ਸਕਦਾ ਹੈ, ਕਿਉਂਕਿ ਤੁਸੀਂ ਕਿਹਾ ਜਦੋਂ ਮੈਂ ਲੰਮਾ ਪੈ ਜਾਣਾ ਉਦੋਂ ਮੈਨੂੰ ਤਕਲੀਫ ਨਹੀਂ ਹੁੰਦੀ, ਪਰ ਮੈਂ ਜਦੋਂ ਤੁਰਦਾ ਜਾਂ ਬਹਿਨਾ ਵਾ ਸੋ ਉਦੋਂ ਕੰਪਰੈਸ਼ਨ ਵੱਧ ਜਾਂਦਾ ਤੇ ਇਹਨਾਂ ਨੂੰ ਤਕਲੀਫ ਜ਼ਿਆਦਾ ਮਹਿਸੂਸ ਹੁੰਦੀ ਹੈ। ਜਦੋਂ ਲੇਟ ਜਾਂਦੇ ਨੇ ਉਹ ਕੰਪਰੈਸ਼ਨ ਥੋੜਾ ਰਿਲੀਜ਼ ਹੁੰਦਾ ਹੈ ਤੇ ਸਹੀ ਮਹਿਸੂਸ ਕਰਦੇ ਨੇ। ਸੋ ਇਹਦੇ ਵਾਸਤੇ ਤੁਸੀਂ ਟ੍ਰੀਟਮੈਂਟ ਲੈ ਸਕਦੇ ਹੋ ਤਾਂ ਕਿ ਤੁਹਾਡੇ ਪਿੰਨੀਆਂ ਦੇ ਵਿੱਚ ਜਿਹੜੇ ਚੀਰ ਪੈਂਦੇ, ਚੀਸਾਂ ਪੈਂਦੀਆਂ, ਉਹ ਵੀ ਹਟ ਜਾਣ ਤੇ ਤੁਹਾਨੂੰ ਜਿਹੜੀ ਹੈ ਉਹ ਬੈਠਣ ਤੇ ਤੁਰਨ ਫਿਰਨ 'ਚ ਤਕਲੀਫ ਘਟ ਜਾਏ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਡਾਕਟਰ, ਪੈਰਾਂ ਦੇ ਭੌਰੀਆਂ ਦੀ ਗੱਲ ਕੀਤੀ ਸੀ ਤੁਸੀਂ ਜੀ, ਹਾਂਜੀ ਜੀ। ਤੇ ਟ੍ਰੀਟਮੈਂਟ ਕੀ ਹੈ ਜੀ ਇਹਦਾ? ਪੈਰਾਂ ਦੀਆਂ ਭੌਰੀਆਂ ਵਾਸਤੇ ਦਵਾਈ ਹੈਗੀ ਹੈ ਜੀ ਹੋਮਿਓਪੈਥੀ ਦੇ ਅੰਦਰ, ਕਾਫੀ ਇਫੈਕਟਿਵ ਮੈਡੀਕੇਸ਼ਨ ਹੈ ਜਿਹੜੀ ਕਿ ਵਾਟਸ ਭਾਵ ਮੌਕੇ ਤੇ ਭੌਰੀਆਂ ਦੋਨਾਂ ਦੇ ਵਿੱਚ ਕੰਮ ਕਰਦੀ ਹੈ। ਇਹ ਸਿਰਫ ਐਕਸਟਰਨਲ ਨਹੀਂ ਹੈਗੀ, ਆਪਾਂ ਬਾਹਰੋਂ ਉਹਨੂੰ ਕੱਟੀ ਜਾਂਦੇ ਆ ਜਾਂ ਫਿਰ ਉਹਦੇ ਉੱਤੇ ਆਪਾਂ ਫੇਲ ਲਾਈ ਜਾਂਦੇ ਆ, ਬਟ ਇਟ ਇਜ਼ ਨਾਟ ਐਨ ਐਕਸਟਰਨਲ ਪ੍ਰੋਬਲਮ। ਹੁੰਦਾ ਕੀ ਹੈ ਅਸਲ ਦੇ ਵਿੱਚ ਇੰਟਰਨਲ ਇਨਫੈਕਸ਼ਨ ਹੈਗੀ ਹੈ ਔਰ ਤੁਹਾਡੇ ਜਿਹੜੇ ਸੈੱਲ ਹੈਗੇ ਨੇ ਉਹ ਮੋਰ ਦੈਨ ਨਾਰਮਲ ਮਲਟੀਪਲਾਈ ਹੋਣ ਲੱਗ ਗਏ ਨੇ। ਹੁਣ ਆਪਾਂ ਜਦ ਤੱਕ ਉਹ ਸੈਲੂਲਰ ਲੈਵਲ ਤੇ ਟ੍ਰੀਟਮੈਂਟ ਨਹੀਂ ਦਿੰਦੇ ਆ ਉਦੋਂ ਤੱਕ ਉਹ ਅੰਦਰੋਂ ਨਿਕਲਦੀ ਆਉਂਦੀ ਹੈ। ਸੋ ਵੀ ਨੀਡ ਟੂ ਗਿਵ ਟ੍ਰੀਟਮੈਂਟ ਇੰਟਰਨਲੀ। ਇਹਦੇ ਲਈ ਤੁਹਾਨੂੰ ਦਵਾਈ ਲੈਣੀ ਪਏਗੀ ਜਿਹਦੇ ਨਾਲ ਕਿ ਉਹ ਬਿਲਕੁਲ ਠੀਕ ਹੋ ਜਾਣ। ਓਕੇ ਜੀ। ਇੱਕ ਦੇਖਿਆ ਜੀ ਕਿ ਨੌ ਪੈਰਾਂ ਦਾ ਇੱਕ ਬੜਾ ਇੰਪੋਰਟੈਂਟ ਹਿੱਸਾ। ਹਾਂਜੀ। ਸੋ ਉਮਰ ਦੇ ਲਿਹਾਜ਼ ਨਾਲ ਮੈਂ ਕਈਆਂ ਨੇ ਦੇਖਿਆ ਉਹ ਜਿਹੜੇ ਖਾਸ ਕਰਕੇ ਗੂਠੇ ਦੇ ਨੌ ਜਾਂ ਫਿਰ ਸਾਈਡਾਂ ਤੇ ਜਿਹੜੇ ਕਾਫੀ ਜ਼ਿਆਦਾ ਮੋਟੇ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਕਾਫੀ ਕੁਝ ਡਿਪੋਜ਼ਿਟ ਹੋ ਜਾਂਦਾ, ਨੌ ਜਿਹੜਾ ਉਹ ਉੱਪਰੋਂ ਇੱਕ ਚੱਕਿਆ ਜਾਂਦਾ, ਉਹਦਾ ਕੀ ਕਾਰਨ ਹੋ ਸਕਦਾ? ਮੋਰ ਇਜ਼ ਦ ਫੰਗਲ ਇਨਫੈਕਸ਼ਨ ਅੰਡਰ ਦ ਨੇਲ ਬੈਡ। ਜ਼ਿਆਦਾਤਰ ਤੁਹਾਡੇ ਨੌਆਂ ਦੇ ਥੱਲੇ ਫੰਗਸ ਉਗ ਜਾਂਦੀ ਹੈ ਜਿਹਦੇ ਨਾਲ ਇਹ ਪ੍ਰੋਬਲਮ ਹੁੰਦੀ ਹੈ ਔਰ ਕਾਫੀ ਤਕਲੀਫ ਦੇ ਕਿਉਂਕਿ ਕਈ ਵਾਰੀ ਉਹ ਕੋਰਾਂ ਵੀ ਭਰਦੀਆਂ ਨੇ। ਕਾਰਨਰ ਆਫ ਦ ਨੇਲਸ ਆਲਸੋ ਗੈਟ ਇਨਫੈਕਟਡ ਵਿਦ ਦੈਟ। ਸੋ ਡੈਫੀਨਿਟਲੀ ਉਹ ਜੋ ਹੀ ਤੁਹਾਨੂੰ ਡਿਵੈਲਪਮੈਂਟ ਸ਼ੁਰੂ ਹੋਵੇ ਤੁਹਾਨੂੰ ਉਹਦੇ ਵਾਸਤੇ ਟ੍ਰੀਟਮੈਂਟ ਲੈਣਾ ਚਾਹੀਦਾ ਆ। ਔਰ ਹੋਰ ਵੀ ਕਈ ਪ੍ਰੋਬਲਮਸ ਹੈਗੀਆਂ ਜਿਹੜੀਆਂ ਇਦਾਂ ਇਹ ਚੀਜ਼ ਨੂੰ ਪੈਦਾ ਕਰਦੀਆਂ। ਸੋਰਾਇਸਿਸ ਆਲਸੋ, ਜੇ ਸੋਰਾਇਸਿਸ ਵੀ ਤੁਹਾਡੇ ਨੌਆਂ ਨੂੰ ਅਫੈਕਟ ਕਰਨ ਲੱਗ ਜਾਏ ਤਾਂ ਉਹ ਵੀ ਫਿਰ ਨੌਆਂ ਦੀ ਥਿਕਨੈਸ ਨੂੰ ਵਧਾ ਦਿੰਦਾ ਤੇ ਨੇਲ ਜਿਹੜੇ ਨੇ ਉਹ ਕਾਫੀ ਮੋਟੇ, ਕਈ ਵਾਰੀ ਹਾਫ ਐਨ ਇੰਚ ਥਿਕ ਨੇਲ ਹੁੰਦਾ ਜਿਹੜਾ ਕਿ ਨੇਲ ਕਟਰ ਨਾਲ ਕੱਟਿਆ ਵੀ ਨਹੀਂ ਜਾਂਦਾ ਹੈਗਾ। ਬਿਲਕੁਲ। ਸੋ ਆਮ ਤੌਰ ਤੇ ਦੇਖਿਆ ਖਾਸ ਕਰਕੇ ਜਿਹਨਾਂ ਨੂੰ ਸੇਫਟੀ ਸ਼ੂਜ਼ ਵਗੈਰਾ ਪਾਉਣੇ ਪੈਂਦੇ ਨੇ ਉਹਨਾਂ ਦੇ ਪੈਰਾਂ ਦੇ ਉੱਪਰਲੇ ਪਾਸੇ ਵੀ ਕਾਫੀ ਰੱਟਣ ਪੈ ਜਾਂਦੇ ਨੇ। ਨੌ ਜਦੋਂ ਜ਼ਿਆਦਾ ਮੋਟੇ ਹੁੰਦੇ ਨੇ ਤਾਂ ਕਾਫੀ ਜ਼ਿਆਦਾ ਉਹਨਾਂ ਨੂੰ ਦਿੱਕਤ ਵੀ ਆਉਂਦੀ ਹੈ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ? ਠੀਕ ਹੈ ਜੀ। ਹਾਂਜੀ, ਅਸੀਂ ਆਟੋ ਤੋਂ ਬੋਲਦੇ ਹਾਂ। ਹਾਂਜੀ ਬੋਲੋ ਜੀ। ਤੁਸੀਂ ਉਹ ਟੀਵੀ ਦੀ ਆਵਾਜ਼ ਨਾ ਸੁਣਿਓ। ਹੈ? ਟੀਵੀ ਦੀ ਆਵਾਜ਼ ਨਾ ਸੁਣਿਓ, ਨਹੀਂ ਤੇ ਫਿਰ ਉੱਥੇ ਕਨਫਿਊਜ਼ਨ ਹੋ ਜਾਣੀ ਹੈ। ਆ ਟੀਵੀ ਦੀ ਆਵਾਜ਼ ਬੰਦ ਕਰ ਦੇ। ਹਾਂਜੀ, ਕੀ ਸਵਾਲ ਜੀ ਤੁਹਾਡਾ? ਮੇਰੀ ਬੈਕ ਬਹੁਤ ਦੁਖਦੀ ਹੈ ਤੇ ਲੱਤਾਂ ਬਹੁਤ ਦੁਖਦੀਆਂ। ਹਾਂਜੀ ਜੀ। ਸੋ ਇਹੀ ਸਵਾਲ ਦਾ ਸੀ ਜਵਾਬ ਹੁਣੇ ਥੋੜੀ ਦੇਰ ਪਹਿਲਾਂ ਦਿੱਤਾ ਹੈ ਜੀ। ਮੈਂ ਕੱਲ ਇੰਡੀਆ ਤੋਂ ਆਇਆ ਸੀ, ਅਸੀਂ ਹਫਤਾ ਹੋਇਆ, 10 ਦਿਨ ਹੋਇਆ ਇੰਡੀਆ ਤੋਂ ਆਏ ਨੂੰ। ਅੱਛਾ ਜੀ। ਉਹਨਾਂ ਨੇ ਕੋਈ ਦਵਾਈ ਦਿੱਤੀ ਨਹੀਂ, ਇਲਾਜ ਕੋਈ ਕੀਤਾ ਨਹੀਂ। ਠੀਕ ਹੈ ਜੀ। ਤੇ ਹੁਣੇ ਹੀ ਸ਼ੁਰੂ ਹੋਈ ਹੈ ਪ੍ਰੋਬਲਮ ਕਿ ਪਹਿਲਾਂ ਵੀ ਸੀਗੀ? ਪਹਿਲਾਂ ਵੀ ਸੀਗੀ। ਹਾਂਜੀ। ਸੋ ਆਪਾਂ ਥੋੜੀ ਦੇਰ ਪਹਿਲਾਂ ਇਹ ਗੱਲ ਕੀਤੀ ਹੈ ਕਿ ਜੇ ਤੁਹਾਨੂੰ ਬੈਕ ਦੇ ਅੰਦਰ ਵੀ ਪ੍ਰੋਬਲਮ ਰਹਿੰਦੀ ਹੈ ਤੇ ਲੱਤਾਂ ਵੀ ਦੁਖਦੀਆਂ ਨੇ ਤਾਂ ਮੋਰ ਰੀਜ਼ਨ ਇਜ਼ ਯੋਰ ਲੋਅਰ ਬੈਕ। ਲੋਅਰ ਬੈਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਸ ਦੀ ਕੰਪਰੈਸ਼ਨ ਹੈ, ਡਿਸਕ ਹਰਨੀਏਸ਼ਨ ਹੈ, ਡਿਸਕ ਹਿੱਲੀ ਹੋਈ ਹੈ ਜਾਂ ਉੱਥੇ ਤੁਹਾਡੀ ਡੀਜਨਰੇਟਿਵ ਚੇਂਜਸ ਹੈਗੀਆਂ ਨੇ, ਉਹ ਤੁਹਾਨੂੰ ਅਸੈਸਮੈਂਟ ਕਰਕੇ ਦੱਸ ਸਕਦੇ ਆ। ਸੋ ਤੁਸੀਂ ਆ ਸਕਦੇ ਹੋ ਤਾਂ ਕਿ ਅਸੀਂ ਤੁਹਾਨੂੰ ਉਸ ਚੀਜ਼ ਲਈ ਟ੍ਰੀਟਮੈਂਟ ਦੇ ਸਕੀਏ ਔਰ ਤੁਹਾਡੀ ਬੈਕ ਦੀ ਤੇ ਲੱਤਾਂ ਦੀ ਜਿਹੜੀ ਦਰਦ ਹੈ ਉਹ ਠੀਕ ਹੋ ਜਾਏ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜੀ ਤੇ 416 640 0200 ਤੇ ਗੱਲਬਾਤ ਕਰ ਸਕਦੇ ਹੋ। 640 0200 ਤੇ ਗੱਲਬਾਤ ਕਰ ਸਕਦੇ ਹਾਂ। ਤੁਸੀਂ ਗੱਲ ਕਰਨ ਲੱਗੇ। ਹਾਂਜੀ, ਇਸ ਤੋਂ ਅੱਗੇ ਆਪਾਂ ਜਿਸ ਤਰ੍ਹਾਂ ਪੈਰਾਂ ਦੀਆਂ ਤਕਲੀਫਾਂ ਦੀ ਗੱਲ ਕਰ ਰਹੇ ਸੀ, ਸੋ ਆਪਾਂ ਹੋਰ ਵੀ ਜਿਹੜੀ ਚੀਜ਼ਾਂ ਪੈਰਾਂ ਨੂੰ ਤੰਗ ਕਰ ਸਕਦੀਆਂ ਨੇ, देयर कुड बी इवन गाउट, ਜਿਹੜਾ ਕਿ ਤੁਹਾਡਾ ਗਠੀਏ ਦੀ ਪ੍ਰੋਬਲਮ ਹੈਗੀ ਹੈ। ਗਠੀਆ ਜਿਹੜਾ ਆਲ ਆਫ ਅ ਸਡਨ ਸਭ ਤੋਂ ਪਹਿਲਾਂ ਪੈਰਾਂ ਤੋਂ ਹੀ ਸ਼ੁਰੂ ਹੁੰਦਾ ਔਰ ਪੈਰ ਦੇ ਅੰਗੂਠੇ ਤੋਂ ਸ਼ੁਰੂ ਹੁੰਦਾ। ਸੋ ਤੁਹਾਡਾ ਪੈਰ ਦਾ ਅੰਗੂਠਾ ਆਲ ਆਫ ਅ ਸਡਨ ਸਵੇਰੇ ਉੱਠੇ ਹੋ ਤਾਂ ਇੰਨਾ ਮੋਟਾ ਲਾਲ ਰੰਗ ਦਾ ਸੁੱਜਿਆ ਪਿਆ ਔਰ ਤੁਸੀਂ ਪੈਰ ਤੇ ਭਾਰ ਨਹੀਂ ਪਾ ਰਹੇ ਹੋ, ਜੁੱਤੀ ਨਹੀਂ ਪਾ ਰਹੇ ਹੋ ਔਰ ਇਟਸ ਵੈਰੀ ਡਿਫਿਕਲਟ, ਪੇਨਫੁਲ। ਔਰ ਗਠੀਏ ਦੀ ਜਿਹੜੀ ਕੰਡੀਸ਼ਨ ਹੈ ਉਹ ਤੁਹਾਡੇ ਬਾਡੀ ਦੇ ਮੈਟਾਬੋਲਿਜ਼ਮ ਨਾਲ ਰਿਲੇਟਡ ਹੈਗੀ ਹੈ ਕਿਉਂਕਿ ਤੁਹਾਡੇ ਸਰੀਰ ਦੇ ਅੰਦਰ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ, ਉਹਦੇ ਨਾਲ ਇਹ ਪ੍ਰੋਬਲਮ ਹੈ। ਔਰ ਜਦੋਂ ਉਹ ਜਾ ਕੇ ਤੁਹਾਡੇ ਪੈਰ ਦੇ ਅੰਗੂਠੇ ਤੇ ਇਫੈਕਟ ਕਰਦਾ ਤਾਂ ਪੈਰ ਸੁੱਜਿਆ। ਸੋ ਉਹਦੇ ਵਾਸਤੇ ਵੀ ਕਾਫੀ ਇਫੈਕਟਿਵ ਟ੍ਰੀਟਮੈਂਟਸ ਹੈਗੇ ਨੇ ਕਿ ਤੁਸੀਂ ਜਿੰਨਾ ਵੀ ਉਹ ਸੁੱਜਿਆ ਆਲ ਆਫ ਅ ਸਡਨ 24 ਆਵਰਸ ਦੇ ਵਿੱਚ ਉਹ ਸੋਜ ਚਲੀ ਜਾਂਦੀ ਹੈ ਔਰ ਮਰੀਜ਼ ਬਿਲਕੁਲ ਜਿਹੜਾ ਉਹ ਗਠੀਏ ਦੀ ਉਸ ਪੇਨਫੁਲ ਕੰਡੀਸ਼ਨ ਤੋਂ ਬਾਹਰ ਆ ਜਾਂਦਾ ਹੈ। ਇਸ ਤੋਂ ਇਲਾਵਾ ਰੂਮੇਟਡ ਆਰਥਰਾਈਟਸ, ਹੋਰ ਜੋੜਾਂ ਦੀਆਂ ਪ੍ਰੋਬਲਮਸ, ਆਰਥਰਾਈਟਸ ਵੀ ਹੋ ਸਕਦਾ ਹੈ। ਫਿਰ ਜੇ ਤੁਸੀਂ ਫਲੈਟ ਫੁੱਟਡ ਹੋ, ਬੱਚਿਆਂ ਦੇ ਅੰਦਰ ਬਹੁਤ ਕਾਮਨ ਪ੍ਰੋਬਲਮ ਹੈਗੀ, ਬੱਚੇ ਕਹਿੰਦੇ ਮੇਰੇ ਪੈਰ ਦੁਖਦੇ ਨੇ। ਸੋ ਜੇ ਬੱਚਿਆਂ ਦੇ ਫਲੈਟ ਪੈਰ ਹੈਗੇ ਨੇ, ਉਹਨਾਂ ਦੀ ਆਰਚ ਘੱਟ ਹੈਗੀ ਹੈ, ਉਹਦੇ ਨਾਲ ਇੱਕ ਤਾਂ ਭੱਜਦੇ ਨਹੀਂ ਹੈ ਸਹੀ ਔਰ ਦੂਸਰਾ ਉਹਨਾਂ ਦੇ ਪੈਰਾਂ ਦੇ ਅੰਦਰ ਤਕਲੀਫ ਰਹਿੰਦੀ ਹੈ। ਆਪਾਂ ਉਹ ਵੀ ਗੱਲ ਵੀ ਉਹਨੂੰ ਕਿੱਦਾਂ ਡਿਵੈਲਪ ਕੀਤਾ ਜਾ ਸਕਦਾ ਉਹਦੀ ਗੱਲ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹੈਲੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਟਵਾ ਤੋਂ ਬੋਲ ਰਹੀ ਹਾਂ। ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਨਾ ਇਹ ਪ੍ਰੋਬਲਮ ਹੈ, ਮੈਨੂੰ ਡਾਇਬੀਟਿਕ ਹੈਗੀ ਹੈ। ਹਾਂਜੀ। ਮੈਂ ਇਨਸੂਲਿਨ ਲੈਣੀ ਆ, ਤੇ ਤੁਸੀਂ ਪਲੀਜ਼ ਦੱਸੋਗੇ ਕਿ ਬਈ ਮਤਲਬ ਕਿਡਨੀਆਂ ਖਰਾਬ ਨੇ, ਇਹ ਕਿਵੇਂ ਪਤਾ ਚੱਲੇਗਾ? ਨਹੀਂ, ਉਹ ਤਾਂ ਤੁਹਾਡੇ ਟੈਸਟ ਹੁੰਦੇ ਟੈਸਟ ਨੇ, ਹੋਣਗੇ। ਜਿੰਨੇ ਵੀ ਤੁਹਾਡੇ ਯੂਰਿਨ ਟੈਸਟ ਹੁੰਦਾ ਹੈ, ਬਲੱਡ ਟੈਸਟ ਹੁੰਦਾ, ਉਹਨਾਂ ਦੇ ਅੰਦਰ ਉਹ ਕੈਰਾਟਿਨ ਲੈਵਲ ਚੈੱਕ ਕਰਦੇ ਨੇ, ਫਿਰ ਤੁਹਾਡਾ ਐਲਬੂਮਿਨ ਲੈਵਲ ਚੈੱਕ ਕਰਦੇ ਨੇ, ਪ੍ਰੋਟੀਨ ਲੈਵਲ ਚੈੱਕ ਕਰਦੇ ਨੇ। ਇਹ ਸਾਰੇ ਜਿਹੜੇ ਟੈਸਟ ਨੇ ਉਹ ਤੁਹਾਡੇ ਕਿਡਨੀ ਫੰਕਸ਼ਨਸ ਨੂੰ ਇੰਡੀਕੇਟ ਕਰਦੇ। ਜੇ ਕਿਡਨੀ ਪ੍ਰੋਟੀਨ ਜਾਂ ਕੈਰਾਟਿਨ ਲੈਵਲ ਵਧਣ ਲੱਗ ਜੇ, ਐਲਬੂਮਿਨ ਵਧਣ ਲੱਗ ਜੇ, ਤਾਂ ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਕਿਡਨੀ 'ਤੇ ਇਫੈਕਟ ਆ ਰਿਹਾ। ਫਿਰ ਉਹ ਕਿਡਨੀ ਦੇ ਸਪੈਸੀਫਿਕ ਟੈਸਟ ਵੀ ਕਰਦੇ ਨੇ। ਸੋ ਇਹ ਤੁਹਾਡੇ ਰੂਟੀਨ ਟੈਸਟਾਂ ਦੇ ਵਿੱਚ ਡਾਕਟਰ ਮੋਨੀਟਰ ਕਰਦਾ ਰਹਿੰਦਾ। ਜਦੋਂ ਵੀ ਉਹਨੂੰ ਥੋੜੀ ਬਹੁਤ ਫਲਕਚੁਏਸ਼ਨ ਲੱਗੇਗੀ, ਉਹ ਤੁਹਾਡੇ ਫਰਦਰ ਇਨਵੈਸਟੀਗੇਸ਼ਨਸ ਕਰਵਾਉਣਗੇ। ਫਿਰ ਟੈਸਟ ਕਰਵਾਇਆ ਜੀ, ਫਿਰ ਦੱਸਿਓ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਚਾਹੁੰਦੀ ਜੀ, ਮੇਰੇ ਹੱਥਾਂ ਦੇ ਅੰਗੂਠਿਆਂ ਦੇ ਨਹੁੰ ਨੀਲੇ ਹੁੰਦੇ ਆ, ਹਾਂਜੀ, ਤੇ ਕਿਸ ਕਰਕੇ ਹੁੰਦੇ ਆ? ਔਰ ਇਹ ਕਿਸੇ ਪਾਰਟਿਕੂਲਰ ਵੈਦਰ ਦੇ ਵਿੱਚ ਹੁੰਦੇ ਨੇ? ਨਹੀਂ, ਇਦਾਂ ਨਹੀਂ, ਵੈਦਰ 'ਚ ਕੋਈ ਨਹੀਂ। ਸੋ ਹਰ ਵੇਲੇ ਰਹਿੰਦੇ ਨੇ ਨੀਲੇ? ਹਾਂਜੀ। ਹਾਂਜੀ, ਸੋ ਉਹਨਾਂ ਦੇ ਅੰਦਰ ਵੀ ਸਰਕੂਲੇਸ਼ਨ ਦੀ ਪ੍ਰੋਬਲਮ ਆ ਰਹੀ ਹੈ ਜੀ। ਸਾਈਨੋਸਿਸ ਉਹਨੂੰ ਕਿਹਾ ਜਾਂਦਾ ਹੈ ਕਿ ਜਿਹੜੀਆਂ ਜਿੱਦਾਂ ਆਪਾਂ ਕਿਹਾ ਸੀ ਪੈਰੀਫਰਲ ਆਰਟਰੀ ਡਿਜ਼ੀਜ਼, ਤੁਹਾਡੇ ਹੱਥਾਂ ਤੇ ਪੈਰਾਂ ਦੀਆਂ ਜਿਹੜੀਆਂ ਆਰਟਰੀਜ਼ ਨੇ ਉਹਨਾਂ ਦੇ ਅੰਦਰ ਜਦੋਂ ਬਲੌਕੇਜ ਆਉਣ ਲੱਗਦੀ ਹੈ ਤਾਂ ਉਹ ਗੰਦੇ ਬਲੱਡ ਨੂੰ ਬਾਹਰ ਕੱਢ ਕੇ ਕਲੀਨ ਬਲੱਡ ਉੱਥੇ ਚੰਗੀ ਤਰ੍ਹਾਂ ਪਹੁੰਚਾ ਨਹੀਂ ਸਕਦੀਆਂ। ਉਹ ਇੰਡੀਕੇਸ਼ਨ ਹੈਗੀ ਹੈ ਕਿ ਨਹੁੰਆਂ ਦਾ ਨੀਲਾ ਹੋਣਾ, ਪੋਟਿਆਂ ਦਾ ਨੀਲਾ ਹੋਣਾ, ਜਾਂ ਮੈਂ ਠੰਡ 'ਚ ਜਾਂਦੀ ਹਾਂ ਤੇ ਮੇਰੀਆਂ ਉਂਗਲਾਂ ਨੀਲੀਆਂ ਹੋ ਜਾਣਾ। ਸੋ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਦੇ ਨਾਲ ਰਿਲੇਟਡ ਨੇ। ਸੋ ਇਹ ਜਿਹੜੀ ਤੁਹਾਡੇ ਨਹੁੰਆਂ ਦਾ ਜਿਹੜਾ ਰੰਗ ਨੀਲਾ ਹੋ ਜਾਣਾ, ਉਹ ਵੀ ਪੈਰੀਫਰਲ ਆਰਟਰੀ ਡਿਜ਼ੀਜ਼ ਦਾ ਇੱਕ ਸਿੰਪਟਮ ਹੈਗਾ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਔਰ ਇਹਦੇ ਵਾਸਤੇ ਤੁਸੀਂ ਟ੍ਰੀਟਮੈਂਟ ਲੈ ਸਕਦੇ ਹੋ। ਹੋਮਿਓਪੈਥੀ ਦੇ ਅੰਦਰ ਕਾਫੀ ਇਫੈਕਟਿਵ ਟ੍ਰੀਟਮੈਂਟ ਜਿਹੜੇ ਪੈਰੀਫਰਲ ਆਰਟਰੀ ਡੈਮੇजेस ਦੇ ਉੱਤੇ ਵੀ ਕੰਮ ਕਰਦੇ ਨੇ, ਨਰਵ ਡੈਮੇजेस ਦੇ ਉੱਤੇ ਵੀ ਕੰਮ ਕਰਦੇ ਨੇ, ਤਾਂ ਕਿ ਤੁਹਾਡੀਆਂ ਉਸ ਏਰੀਆ ਦੀਆਂ ਸਰਕੂਲੇਸ਼ਨਸ ਇੰਪਰੂਵ ਕੀਤੀਆਂ ਜਾ ਸਕਣ, ਸੈਂਸੇਸ਼ਨਸ ਇੰਪਰੂਵ ਕੀਤੀਆਂ ਜਾ ਸਕਣ। ਆਪਾਂ ਬਰਨਿੰਗ ਬਾਰੇ ਗੱਲ ਕਰ ਰਹੇ ਸੀ, ਬਰਨਿੰਗ ਨੂੰ ਇੰਪਰੂਵ ਕੀਤਾ ਜਾ ਸਕੇ, ਸਰਕੂਲੇਸ਼ਨ ਇੰਪਰੂਵ ਕਰਕੇ ਹੀਲਿੰਗ ਨੂੰ ਇੰਪਰੂਵ ਕੀਤਾ ਜਾਵੇ। ਜੇ ਤੁਹਾਡੇ ਪੈਰਾਂ ਦੇ ਅੰਦਰ ਜ਼ਖਮ ਨੇ ਉਹਨਾਂ ਨੂੰ ਠੀਕ ਕੀਤਾ ਜਾਵੇ, ਜਾਂ ਫੰਗਲ ਇਨਫੈਕਸ਼ਨ ਹੈ ਉਹਨੂੰ ਠੀਕ ਕੀਤਾ ਜਾਵੇ, ਸੋਰਾਇਸਿਸ ਹੈ ਉਹ ਠੀਕ ਹੋ ਸਕਣ, ਜਾਂ ਨਹੁੰਆਂ ਦੇ ਅੰਦਰ ਫੰਗਸ ਹੈ ਉਹਨੂੰ ਠੀਕ ਕੀਤਾ ਜਾ ਸਕੇ। ਸੋ ਜਿਹੜੀ ਆਪਾਂ ਗੱਲ ਕਰਦੇ ਸੀ ਬੱਚਿਆਂ ਦੇ ਜਿਹੜੇ ਫਲੈਟ ਫੀਟ, ਹਾਂਜੀ, ਉਦੋਂ ਡਿਵੈਲਪ ਕੀਤਾ ਜਾ ਸਕਦਾ ਕਿਸੇ ਢੰਗ ਨਾਲ, ਜਿਹੜੀ ਜੇ ਕਰਵ ਹੈ ਨਹੀਂ ਗੀ, ਜਾਂ ਫਿਰ ਜੈਨੇਟਿਕਲੀ ਜਿੱਦਾਂ ਦੇ ਪੈਰ ਰੱਬ ਨੇ ਬਣਾ ਕੇ ਭੇਜ ਦਿੱਤੇ ਜਾਂ ਜਿਹੋ ਜਿਹੇ ਬਣ ਗਏ ਉਹੋ ਜਿਹੇ ਸਾਰੀ ਉਮਰ ਰਹਿਣਗੇ? ਮੋਰ ਇਜ਼ ਕਿ ਆਈ ਵੋਂਟ ਸੇ ਕਿ 100% ਉਹ ਆਰਚ ਡਿਵੈਲਪ ਹੋ ਜਾਂਦੀ ਹੈ, ਪਰ ਕਾਫੀ ਹੱਦ ਤੱਕ ਉਹਨੂੰ ਇੰਪਰੂਵ ਕੀਤਾ ਜਾ ਸਕਦਾ। ਦੇयर ਆਰ ਲੋਟ ਆਫ ਐਕਸਰਸਾਈਜ਼ਸ, ਦੈਨ ਆਰਥੋਟਿਕਸ ਹੈਗੇ ਨੇ ਜਿਹੜੇ ਉਸ ਚੀਜ਼ 'ਚ ਹੈਲਪ ਕਰਦੇ ਨੇ। ਆਰਥੋਟਿਕ ਸਪੈਸ਼ਲ ਤਰ੍ਹਾਂ ਦਾ ਸ਼ੂ ਹੈਗਾ ਜਿਹੜਾ ਆਰਚ ਦੇ ਨਾਲ ਹੌਲੀ ਹੌਲੀ ਉਹਦੀ ਉਹ ਆਰਚ ਵਧਾਉਂਦੇ ਨੇ। ਸੋ ਉਹਦੇ ਨਾਲ ਬੱਚੇ ਨੂੰ ਸਪੈਸੀਫਿਕ ਐਕਸਰਸਾਈਜ਼ਸ ਦੱਸੀਆਂ ਜਾਂਦੀਆਂ ਨੇ, ਐਂਡ ਦੈਟ ਕੈਨ ਬ੍ਰਿੰਗ ਦ ਚਾਈਲਡ ਇਨਟੂ ਬੈਟਰ ਸਟੇਟ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਣਾ ਸਾਹਿਬ, ਇਹ ਤਾਂ ਮੇਰੀ ਅੱਡੀ ਹੈ ਜਿਹੜੀ ਉਹ ਬਹੁਤ ਔਖੀ ਰਹਿੰਦੀ ਹੈ, ਜਿੱਦਾਂ ਉਹਦਾ ਕੀ ਹੋ ਸਕਦਾ? ਅੱਡੀ ਦੁਖਦੀ ਹੈ ਜੀ? ਹਾਂਜੀ। ਇਹ ਆਲ ਦਾ ਟਾਈਮ ਦੁਖਦੀ ਰਹਿੰਦੀ, ਜਾਂ ਫਿਰ ਜਾਂ ਤੁਸੀਂ ਨੰਗੇ ਪੈਰ ਜਦੋਂ ਘਰ ਫਿਰਦੇ ਹੋ ਉਦੋਂ ਦੁਖਦੀ ਹੈ? ਇਹ ਨੰਗੇ ਪੈਰ ਜ਼ਿਆਦਾ ਦੁਖਦੀ ਆ, ਹਾਂਜੀ, ਤੇ ਜਦੋਂ ਸ਼ੂ ਪਾ ਲੈਣਾ ਉਦੋਂ ਘੱਟ ਦੁਖਦੀ ਆ। ਹਾਂਜੀ ਜੀ। ਸੋ ਆਪਾਂ ਜਦੋਂ ਪੈਰਾਂ ਦੀ ਤਕਲੀਫ ਬਾਰੇ ਗੱਲ ਕੀਤੀ, ਉਹਦੇ 'ਚ ਇੱਕ ਚੀਜ਼ ਦੀ ਗੱਲ ਕੀਤੀ ਹੈ ਹੀਲਸ ਪਰ। ਸੋ ਇਹ ਟੂ ਮੀ ਇਟ ਲੁਕਸ ਲਾਈਕ ਦੈਟ, ਪਰ ਜੋ ਕੁਝ ਵੀ ਅਸੀਂ ਟੀਵੀ ਦੇ ਉੱਤੇ ਡਿਸਕਸ ਕਰਦੇ ਹਾਂ, ਮੈਂ ਸਾਰੇ ਵਿਊਅਰਸ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਉਹ ਮੇਰਾ ਇੱਕ ਨਿੱਜੀ ਐਕਸਪੀਰੀਅੰਸ ਹੈਗਾ, ਮੇਰੀ ਐਜੂਕੇਸ਼ਨ ਹੈਗੀ ਆ ਵੀ ਮੈਂ ਇੰਨੇ ਸਾਲਾਂ ਤੋਂ ਜੋ ਲਰਨ ਕੀਤਾ। ਪਰ ਦੂਜੇ ਪਾਸੇ ਇਸ ਚੀਜ਼ ਨੂੰ ਆਪਾਂ ਨੂੰ ਡਾਇਗਨੋਸ ਕਰਾਉਣਾ ਜ਼ਰੂਰੀ ਹੈ। ਸੋ ਜੋ ਅਸੀਂ ਦੱਸ ਰਹੇ ਹਾਂ ਇੱਥੇ ਉਹ ਇੱਕ ਡਾਇਗਨੋਸਿਸ ਨਹੀਂ ਹੈ। ਲੱਗਦਾ ਥੋੜਾ ਜਿੱਦਾਂ ਮੈਂ 2-2.5 ਸਾਲ ਤੋਂ ਜਿਹੜੀ ਜੌਬ ਕਰਦਾ, ਹਾਂਜੀ, ਆਰਡਰ ਪਿਕਿੰਗ ਦੀ, ਜਿੱਦਾਂ ਸੈਂਟਰ ਰਾਈਡਰ ਤੇ 1000 ਕੁ ਵਾਰੀ ਚੜਨਾ ਪੈਂਦਾ, 1000 ਕੁ ਵਾਰੀ ਉਤਰਨਾ ਪੈਂਦਾ। ਹਾਂਜੀ, ਹਾਂਜੀ। ਮੈਨੂੰ ਲੱਗਦਾ ਸ਼ਾਇਦ ਉਹਦੇ ਕਰਕੇ ਹੋ ਸਕਦੀ। ਉਹਦੇ ਕਰਕੇ, ਪਰ ਉਹਦੇ ਕਰਕੇ ਅੰਦਰ ਕੀ ਨੁਕਸਾਨ ਹੋਇਆ ਕਿ ਤੁਹਾਨੂੰ ਤਕਲੀਫ ਹੈ, ਉਸ ਤਕਲੀਫ ਨੂੰ ਕਿਹਾ ਜਾਂਦਾ ਹੀਲਸ ਪਰ। ਅੱਡੀ ਦੇ ਥੱਲੇ ਓਸਟੀਓਫਾਈਟ ਦਾ ਬਣਨਾ, ਹੱਡੀ ਦਾ ਵੱਧ ਜਾਣਾ, ਔਰ ਉਹੀ ਫਿਰ ਤੁਹਾਡੀ ਆਪਣੀ ਹੀ ਚਮੜੀ 'ਚ ਖੁੱਭਦੀ ਹੈ। ਜਦੋਂ ਤੁਸੀਂ ਫਲੈਟ ਸਰਫੇਸ ਤੇ ਭਾਵ ਨੰਗੇ ਪੈਰੀ ਤੁਰਦੇ ਹੋ ਤਾਂ ਉਹ ਜ਼ਿਆਦਾ ਤਕਲੀਫ ਦਿੰਦੀ ਹੈ, ਪਰ ਜਦੋਂ ਇਹ ਕਿਸੇ ਸੌਫਟ ਕੁਸ਼ਨ ਵਾਲੇ ਸਰਫੇਸ ਤੇ, ਕਾਰਪੇਟ ਤੇ ਤੁਰਦੇ ਹੋ, ਜਾਂ ਫਿਰ ਕੋਈ ਇਹੋ ਜਿਹੀ ਜੁੱਤੀ ਜਿਹਦਾ ਅੰਦਰੋਂ ਕੁਸ਼ਨ ਸਹੀ ਹੈਗਾ, ਤਾਂ ਤਕਲੀਫ ਘਟ ਜਾਂਦੀ ਹੈ। ਇੱਕ ਤਾਂ ਤੁਸੀਂ ਆਪਣੇ ਸ਼ੂਜ਼ ਦੇ ਅੰਦਰ ਕੋਸ਼ਿਸ਼ ਕਰੋ ਕਿ ਇਨਸੋਲਸ ਰੱਖੋ ਜੈਲ ਵਾਲੀਆਂ ਜਾਂ ਸੌਫਟ, ਤੇ ਦੂਸਰਾ ਤੁਸੀਂ ਇਹਦਾ ਐਕਸ-ਰੇ ਜ਼ਰੂਰ ਕਰਵਾਓ ਆਪਣੇ ਫੈਮਿਲੀ ਡਾਕਟਰ ਦੀ ਤੁਸੀਂ ਨੌਲੇਜ ਦੇ ਵਿੱਚ ਇਹ ਚੀਜ਼ ਨੂੰ ਲਿਆ ਕੇ, ਤਾਂ ਤੁਸੀਂ ਐਕਸ-ਰੇ ਕਰਵਾਓ, ਕਨਫਰਮ ਕਰਾਓ। ਔਰ ਹੋਮਿਓਪੈਥੀ ਦੇ ਅੰਦਰ ਇਹਦਾ ਕਾਫੀ ਇਫੈਕਟਿਵ ਟ੍ਰੀਟਮੈਂਟ ਹੈ ਜੀ, ਜਿਹੜਾ ਹੀਲਸ ਪਰ ਹੈ ਉਹ ਡਿਸੋਲਵ ਹੋ ਜਾਂਦਾ ਔਰ ਪੇਨ ਬਿਲਕੁਲ ਚਲੀ ਜਾਂਦੀ ਹੈ। ਕਿੰਨਾ ਟਾਈਮ ਲੱਗਦਾ ਜੀ? ਇਹ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ, ਕਿੰਨਾ ਸਾਈਜ਼ ਹੈ, ਕਿਹੜੀ ਲੋਕੇਸ਼ਨ ਹੈਗੀ ਹੈ। ਸੋ ਉਹ ਤੁਸੀਂ ਜਦੋਂ ਐਕਸ-ਰੇ ਕਰਵਾਓਗੇ ਉਹਦੇ ਰਿਜ਼ਲਟਸ ਲੈ ਕੇ ਆਣਾ, ਦੈਨ ਵੀ ਕੁਡ ਜੱਜ ਇਟ। ਓਕੇ, ਥੈਂਕ ਯੂ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਰਾਣਾ ਭਾਈ। ਸਤਿ ਸ਼੍ਰੀ ਅਕਾਲ ਜੀ।
ਭਾਜੀ ਪੁੱਛਣਾ ਸੀਗਾ ਨਾ, ਆਪਣੇ ਪੇਟ 'ਚ ਐਸਿਡ ਹੁੰਦਾ ਇਹਦਾ ਗੈਸ, ਉਹਦਾ ਇਲਾਜ ਹਾਂਜੀ ਮੈਂ ਜੀ ਆਪਣੇ ਪੇਟ 'ਚ ਨਾ ਜੋ ਖਾਲੀ ਦਾ ਐਸਿਡ ਬਣਦਾ ਹਾਂਜੀ ਬਿਲਕੁਲ ਜੀ ਗੈਸ, ਜਿੱਦਾਂ ਗੈਸ ਭਰ ਜਾਂਦੀ ਫਿਰ ਸੈਲ ਵੀ ਜਾਂਦੀ ਆਪਣੇ। ਹਾਂਜੀ ਹਾਂਜੀ ਤੁਸੀਂ ਸੁਣੋ ਜੀ, ਆਪਦੀ ਦੱਸ ਦਿਓ। ਥੈਂਕ ਯੂ। ਹਾਂਜੀ, ਇਹ ਤਕਲੀਫ ਕਿੰਨੀ ਦੇਰ ਤੋਂ ਹੈਗੀ ਇਹਨਾਂ ਨੂੰ? ਵੈਸੇ ਵੀ ਡਿਸਕਨੈਕਟ ਆਪਾਂ ਅਗਲੇ ਸਵਾਲ ਵੀ ਲੈ ਲਈਏ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵੈਸੇ ਤਾਂ ਹੁਣ ਸਾਰਾ ਟੀਵੀ ਦਾ ਸ਼ੋਅ ਦੇਖਦੀ ਹੁੰਦੀ ਆ ਤੇ ਮੈਂ ਹੁਣ ਦੇਖ ਵੀ ਲਿਆ, ਪੈਰਾਂ ਬਾਰੇ ਦੱਸਿਆ, ਪਰ ਮੈਂ ਇੱਕ ਚੀਜ਼ ਬੀਬੀ ਨੂੰ ਪੁੱਛਣੀ ਆ ਕਿ ਮੈਨੂੰ ਲੂਪਸ ਹੈ ਹਾਂਜੀ 5 ਦਾ। ਹਾਂਜੀ ਤੇ ਤਕਰੀਬਨ ਲੂਪਸ ਤਾਂ ਕਦੇ ਹਾਈਡ ਹੋ ਜਾਂਦਾ, ਕਦੇ ਕਿਸ ਤਰ੍ਹਾਂ ਵੀ, ਵੀਲ ਚੇਅਰ ਤੋਂ ਮੈਂ ਠੀਕ ਹੋ ਗਈ ਸੀ, ਹਾਂਜੀ ਬਾਕੀ ਹੁਣ ਜਿਹੜੇ ਮੇਰੇ ਪੈਰ ਆ ਨਾ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਭੌਰੀਆਂ ਤੇ ਡਾਟ ਆ, ਜਿਵੇਂ ਨਾ ਕੰਡੇ ਲੱਗੇ ਹੁੰਦੇ ਆ। ਹਾਂਜੀ ਹਾਂਜੀ ਇਹ ਮੈਨੂੰ ਬਹੁਤ ਪ੍ਰੋਬਲਮ ਦਿੰਦੇ ਆ। ਹਾਂਜੀ ਠੀਕ ਹੈ ਜੀ। ਤੇ ਇਹਦੇ ਬਾਰੇ ਚ ਤੁਸੀਂ ਦੱਸ ਦਿਓ, ਆਪਣਾ ਟੈਲੀਫੋਨ ਨੰਬਰ ਦੱਸ ਦਿਓ ਜੇ ਕਿੱਥੇ ਤੁਸੀਂ ਬਿਲਕੁਲ ਜੀ, ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਵਾਂਗੇ। ਬਿਲਕੁਲ, ਮਿਹਰਬਾਨੀ ਜੀ। ਹਾਂਜੀ, ਸੋ ਪਹਿਲਾਂ ਆਪਾਂ ਐਸਿਡ ਦੀ ਗੱਲ ਕਰ ਲਈ ਜਾਂ ਪਹਿਲਾਂ ਇਹਨਾਂ ਦੀ ਕਰਨੀ? ਪਹਿਲੇ ਮਰੀਜ਼ ਵਾਲਿਆਂ ਦੀ ਗੱਲ ਕਰਦੇ ਹਾਂ। ਉਹਨਾਂ ਨੇ ਤਜ਼ਾਬੀਅਤ ਬਾਰੇ ਗੱਲ ਕੀਤੀ ਹੈ। ਤਜ਼ਾਬੀਅਤ ਨੂੰ ਕਾਫੀ ਵਾਰੀ ਅਸੀਂ ਡਿਟੇਲ ਚ ਕਵਰ ਵੀ ਕੀਤਾ ਹੈ, ਪਰ ਜੇ ਤੁਸੀਂ ਕ੍ਰੋਨਿਕ ਤਜ਼ਾਬ ਦੇ ਮਰੀਜ਼ ਹੋ ਤਾਂ ਕਾਰਨ ਉਹਨੂੰ ਹੈਗਾ ਹੈ ਕਿ ਉਹਨੂੰ ਠੀਕ ਕਰੀਏ ਕਿ ਕਿਉਂ ਤੇਜ਼ਾਬ ਬਣ ਰਿਹਾ। ਦੋ ਹੀ ਕਾਰਨਾਂ ਕਰਕੇ ਤੇਜ਼ਾਬ ਬਣਦਾ, ਜਿੱਦਾਂ ਅੱਗੇ ਵੀ ਅਸੀਂ ਦੱਸਦੇ ਹਾਂ। ਜਾਂ ਤਾਂ ਹੈਗਾ ਤੁਹਾਡੇ ਖੁਰਾਕ ਨੂੰ ਪਚਾਉਣ ਲਈ, ਤੇ ਦੂਜਾ ਇਨਫੈਕਸ਼ਨ ਨੂੰ ਮਾਰਨ ਲਈ। ਅਸੀਂ ਉਸ ਇਨਫੈਕਸ਼ਨ ਨੂੰ ਨਹੀਂ ਮਾਰ ਰਹੇ, ਤੇਜ਼ਾਬ ਨੂੰ ਮਾਰ ਰਹੇ ਐਂਟੀਸਿਡ ਖਾ ਕੇ। ਸੋ ਤੁਹਾਡਾ ਸਵਾਲ ਜਿਹੜਾ ਸੀਗਾ ਕਿ ਮੇਰਾ ਤੇਜ਼ਾਬ ਹੈ, ਤੇਜ਼ਾਬ ਦੇ ਟ੍ਰੀਟਮੈਂਟ ਵਾਸਤੇ ਅਸੀਂ ਇੰਟਰਨਲ ਮੈਡੀਕੇਸ਼ਨਸ ਦਿੰਦੇ ਹਾਂ ਕਿ ਇਨਫੈਕਸ਼ਨ ਖਤਮ ਹੋਵੇ, ਤਾਂ ਕਿ ਤੇਜ਼ਾਬੀਅਤ ਨਾ ਬਣੇ, ਗੈਸ ਨਾ ਪੈਦਾ ਹੋਵੇ, ਤੁਹਾਡੇ ਸਿਰ ਨੂੰ ਨਾ ਚੜ੍ਹੇ ਔਰ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓ। ਸੋ ਤੁਹਾਨੂੰ ਉਹਨਾਂ ਐਂਟੀਸਿਡਸ ਦੀ ਜ਼ਰੂਰਤ ਨਾ ਪਵੇ ਜਾਂ ਬਹੁਤ ਘੱਟ ਪਵੇ। ਦੂਸਰਾ ਸਵਾਲ ਇਹਨਾਂ ਦਾ ਭੈਣ ਜੀ ਦਾ ਲੂਪਸ ਦਾ ਸੀਗਾ। ਲੂਪਸ ਇੱਕ ਆਟੋ ਇਮਿਊਨ ਡਿਜ਼ੀਜ਼ ਹੈਗਾ। ਤੁਹਾਡੇ ਆਪਣੇ ਸਰੀਰ ਦੀ ਇਮਿਊਨਿਟੀ ਤੁਹਾਡੇ ਸਰੀਰ ਦੇ ਅਗੇਂਸਟ ਕੰਮ ਕਰ ਰਹੀ ਹੈ ਔਰ ਕਿਸੇ ਵੀ ਆਰਗਨ ਨੂੰ ਅਟੈਕ ਕਰਦੀ ਹੈ। ਕਿਸੇ ਦੇ ਲੰਗਸ ਤੇ ਅਟੈਕ ਕਰਦੀ ਹੈ, ਕਿਸੇ ਦੇ ਲਿਵਰ ਤੇ ਅਟੈਕ ਕਰਦੀ, ਕਿਸੇ ਦੇ ਜੋੜਾਂ ਤੇ ਅਟੈਕ ਕਰਦੀ ਹੈ। ਸੋ ਲੂਪਸ ਦੇ ਵਾਸਤੇ ਦੇਰ ਆਰ ਵੈਰੀ ਇਫੈਕਟਿਵ ਟ੍ਰੀਟਮੈਂਟ ਹੋਮਿਓਪੈਥੀ, ਕਿਉਂਕਿ ਅਸੀਂ ਅੱਗੇ ਹਮੇਸ਼ਾ ਆਪਣੇ ਵਿਊਅਰਸ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੋਮਿਓਪੈਥੀ ਦਾ ਆਧਾਰ ਹੁੰਦਾ ਹੈ ਕਿ ਸਰੀਰ ਦੀ ਇਮਿਊਨਿਟੀ ਨੂੰ ਉੱਤੇ ਲੈ ਕੇ ਆਇਆ ਜਾਏ। ਇਹ ਬਿਮਾਰੀ ਨੂੰ ਕੁਝ ਨਹੀਂ ਕਰਦੀ, ਇਮਿਊਨਿਟੀ ਨੂੰ ਉੱਤੇ ਲੈ ਕੇ ਆਉਂਦੀ, ਤਾਂ ਕਿ ਇਮਿਊਨਿਟੀ ਖੁਦ ਉਸ ਬਿਮਾਰੀ ਨਾਲ ਲੜੇ ਔਰ ਉਹ ਰੋਗ ਜਿਹੜਾ ਉਹ ਬਾਹਰ ਨਿਕਲੇ। ਸੋ ਉਸ ਕਰਕੇ ਲੂਪਸ ਵਾਸਤੇ ਵੀ ਕੁਡ ਪ੍ਰੋਵਾਈਡ ਯੂ ਟ੍ਰੀਟਮੈਂਟ। ਦੂਸਰਾ ਤੁਸੀਂ ਦੱਸਿਆ ਪੈਰਾਂ ਦੇ ਅੰਦਰ ਭੌਰੀਆਂ ਨੇ ਤੇ ਕੰਡੇ ਮਹਿਸੂਸ ਹੁੰਦੇ ਨੇ, ਹੋਮਿਓਪੈਥੀ ਕਾਫੀ ਇਫੈਕਟਿਵਲੀ ਇਹਨਾਂ ਚੀਜ਼ਾਂ ਨੂੰ ਟ੍ਰੀਟ ਕਰਦੀ ਹੈ। ਤੁਸੀਂ ਆ ਸਕਦੇ ਹੋ। ਤੁਸੀਂ ਕਲੀਨਿਕ ਦਾ ਐਡਰੈਸ ਤੇ ਫੋਨ ਨੰਬਰ ਪੁੱਛਿਆ ਸੀਗਾ। ਸਾਡਾ ਕਲੀਨਿਕ ਜਿਹੜਾ ਬਰੈਂਪਟਨ ਦੇ ਵਿੱਚ ਹੈਗਾ, ਐਡਰੈਸ ਹੈਗਾ 269 ਕੁਈਨ ਸਟਰੀਟ ਈਸਟ। ਕੁਈਨ ਤੇ ਰਦਰਫੋਰਡ ਦਾ ਇੰਟਰਸੈਕਸ਼ਨ ਹੈ ਬਰੈਂਪਟਨ ਦੇ ਵਿੱਚ। ਕਲੀਨਿਕ 7 ਦਿਨ ਖੁੱਲਾ ਹੈ, ਵਾਕ ਇਨ ਕਲੀਨਿਕ ਹੈ। ਕਿਸੇ ਵੀ ਤਰ੍ਹਾਂ ਦੀ ਅਪਾਇੰਟਮੈਂਟ ਦੀ ਜ਼ਰੂਰਤ ਤੁਹਾਨੂੰ ਨਹੀਂ ਪੈਂਦੀ, ਤੁਸੀਂ ਕਿਸੇ ਦਿਨ ਵੀ ਆ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਹੈਗਾ 647 856 2516 647 856 2516। ਬਹੁਤ ਬਹੁਤ ਮਿਹਰਬਾਨੀ ਜੀ। ਉਮੀਦ ਹੈ ਕਿ ਜ਼ਰੂਰ ਤੁਸੀਂ ਲਾਹਾ ਲਵੋਗੇ ਔਰ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤੇ ਪਰਮਿੰਦਰ ਜੀ ਹੋਰਾਂ ਨਾਲ ਕਿਸੇ ਵੇਲੇ ਵੀ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕਲੀਨਿਕ ਜਿਹੜਾ ਹਫਤੇ ਦੇ 7 ਦਿਨ ਹੀ ਖੁੱਲ੍ਹਦਾ ਜੀ। ਔਰ ਜਦੋਂ ਤੁਸੀਂ ਇੱਧਰਲੇ ਪਾਸੋਂ ਜਾਣਾ ਜੀ ਏਅਰਪੋਰਟ ਟੋਰਮਨ ਵਾਲੀ ਸਾਈਡ ਤੋਂ, ਤੇ ਰਦਰਫੋਰਡ ਤੋਂ ਪਹਿਲਾਂ ਜਿਹੜਾ ਖੱਬੇ ਹੱਥ ਜਦੋਂ ਤੁਸੀਂ ਦੇਖੋਗੇ ਤੇ ਉੱਥੇ ਪੀਜ਼ਾ ਦੀ ਤੁਹਾਨੂੰ ਲੋਕੇਸ਼ਨ ਦੱਸਣੀ ਹੈ ਜੀ। ਸੋ ਉੱਥੋਂ ਤੁਸੀਂ ਉਸ ਡਰਾਈਵ ਵਿੱਚ ਵੜ ਕੇ ਤੇ ਬਿਲਕੁਲ ਮਗਰਲੇ ਬੈਕ ਸਾਈਡ ਤੇ ਚਲੇ ਜਾਣਾ ਜੀ, ਔਰ ਉੱਥੇ ਇਹਨਾਂ ਦਾ ਆਫਿਸ ਤੁਹਾਨੂੰ ਦਿਸ ਜਾਵੇਗਾ। ਸੋ ਜੇ ਤੁਸੀਂ ਪਰਲੇ ਪਾਸਿਓਂ ਬਰੈਂਪਟਨ ਵੱਲੋਂ ਆਉਣਾ ਤੇ ਫਿਰ ਰਦਰਫੋਰਡ ਲੰਘ ਕੇ ਤੇ ਪਹਿਲਾ ਡਰਾਈਵ ਹੈ ਜਿਹੜਾ ਜੀ ਉਹ ਤੁਸੀਂ ਰਾਈਟ ਲਓਗੇ। ਸੋ ਉੱਥੇ ਤੁਹਾਨੂੰ ਦੱਸ ਪੈਣਾ ਜੀ, ਔਰ ਤੁਸੀਂ ਜ਼ਰੂਰ ਕਿਸੇ ਵੇਲੇ ਵੀ ਜਾ ਸਕਦੇ ਹੋ। ਇਸੇ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਲੱਗਾ ਫੋਨ ਕਰਕੇ ਜ਼ਰੂਰ ਦੱਸਿਓ। ਔਰ ਨਾਲ ਦੀ ਨਾਲ ਫਿਰ ਇੱਕ ਵਾਰੀ ਚੇਤਾ ਕਰਵਾ ਦਈਏ ਕਿ ਜੇ ਤੁਹਾਨੂੰ ਜੌਬ ਦੀ ਜ਼ਰੂਰਤ ਹੈ, ਤੁਸੀਂ ਟੈਲੀਵਿਜ਼ਨ ਤੇ ਕੰਮ ਕਰਨਾ, ਤੇ ਮੇਰੇ ਨਾਲ ਗੱਲਬਾਤ ਕਰ ਲਿਓ ਜੀ। 905 915 84 84। ਕੱਪੜੇ ਦੇ ਸਟੋਰ ਤੇ ਕੰਮ ਕਰਨਾ ਤੇ ਫਲਾਈਂਗ ਫੈਸ਼ਨ ਨੂੰ 2 ਲੜਕੀਆਂ ਦੀ ਜ਼ਰੂਰਤ ਹੈ ਜੀ। ਮਾਲਟਨ ਦੇ ਵਿੱਚ ਸਟੋਰ ਆ, ਤੁਸੀਂ 905 694 9797 ਤੇ ਗੱਲਬਾਤ ਕਰਨੀ ਹੈ ਜੀ। ਪੀਜ਼ਾ ਸਟੋਰ ਤੇ ਕੰਮ ਕਰਨਾ ਜੀ, ਆਰਡਰ ਟੇਕਿੰਗ ਦਾ, ਤੇ ਤੁਹਾਨੂੰ ਪੋਪੂਲਰ ਪੀਜ਼ਾ ਤੇ ਜੌਬ ਮਿਲ ਜਾਏਗੀ ਜੀ। ਸੋ ਉਹਨਾਂ ਦਾ 905 874 42 42 ਉਹਨਾਂ ਦਾ ਫੋਨ ਨੰਬਰ ਹੈ ਜੀ। ਦਿਓ ਆਗਿਆ ਜੀ, ਫਿਰ ਆਪਾਂ ਕੱਲ੍ਹ ਨੂੰ ਮਿਲਾਂਗੇ ਜੀ। ਕੱਲ੍ਹ ਨੂੰ ਇੱਕ ਬੜੇ ਇੰਪੋਰਟੈਂਟ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਹੈ। ਪਿਛਲੇ ਦਿਨ ਵੀ ਕੀਤੀ ਸੀ ਕਿ ਜਿਹੜਾ ਸੈਕਸ ਐਜੂਕੇਸ਼ਨ ਕਰਿਕੂਲਮ ਤਬਦੀਲ ਕੀਤਾ ਜਾ ਰਿਹਾ, ਉਹਦੇ ਬਾਰੇ ਕਾਫੀ ਜ਼ਿਆਦਾ ਸਖਤ ਪ੍ਰਤੀਕਰਮ ਵੱਖ-ਵੱਖ ਕਮਿਊਨਿਟੀਜ਼ ਵੱਲੋਂ ਦਿੱਤਾ ਜਾ ਰਿਹਾ। ਪਰ ਜਿਹੜਾ ਕੱਲ੍ਹ ਬਿਆਨ ਫਿਰ ਦੁਬਾਰਾ ਕੈਥਲੀਨ ਵਿਨ ਹੋਰਾਂ ਦਾ ਆਇਆ, ਸੋ ਗੱਲ ਕੀ ਕਿ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।